ਕਿਸਾਨ ਅਕੈਡਮੀ ਦੇ ਆਨਲਾਈਨ ਪਲੇਟਫਾਰਮ ਦੇ ਉੱਪਰ ਤੁਹਾਡਾ ਸਵਾਗਤ ਹੈ। ਅੱਜ ਅਸੀਂ ਐਨਟੀਟੀ ਦੇ ਨਾਲ ਰਿਲੇਟਡ ਐਮਸੀਕਿਊ ਲੈ ਕੇ ਹਾਜ਼ਰ ਹਾਂ। ਆਪਾਂ ਆਲਰੇਡੀ ਕਾਫੀ ਐਮਸੀਕਿਊ ਕੰਟੀਨਿਊ ਕਰ ਰਹੇ ਹਾਂ ਤੇ ਲਗਾਤਾਰ ਤੁਹਾਡੇ ਲਈ ਵੀਡੀਓ ਨੇ ਜਿਹੜੀਆਂ ਐਮਸੀਕਿਊ ਦੀਆਂ ਉਹ ਅਪਲੋਡ ਹੋ ਰਹੀਆਂ ਨੇ ਅਕੈਡਮੀ ਦੇ ਵੱਲੋਂ। ਅਕੈਡਮੀ ਵੱਲੋਂ ਕੋਰਸ ਵੀ ਲਾਂਚ ਕੀਤਾ ਗਿਆ ਜਿਹੜਾ ਕਿ ਮਤਲਬ ਕਾਫੀ ਟਾਈਮ ਹੋ ਗਿਆ ਨਾ, ਤਾਂ ਹੁਣ ਵੀ ਜਿਹੜੇ ਬੱਚੇ ਥੋੜੇ ਟਾਈਮ ਦੇ ਵਿੱਚ ਵੀ ਪ੍ਰਪੇਅਰ ਹੋਣਾ ਚਾਹੁੰਦੇ ਨੇ ਕਿਉਂਕਿ ਐਗਜ਼ਾਮ ਦੀ ਡੇਟ ਅਨਾਉਂਸ ਹੋ ਚੁੱਕੀ ਆ, ਤਾਂ ਥੋੜੇ ਟਾਈਮ ਦੇ ਵਿੱਚ ਵੀ ਜੇ ਤੁਸੀਂ ਪ੍ਰਪੇਅਰ ਹੋਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਕੋਰਸ ਨੂੰ ਪਰਚੇਜ਼ ਕਰ ਸਕਦੇ ਹੋ। ਇਸ ਨੰਬਰ ਦੇ ਉੱਪਰ ਕੰਟੈਕਟ ਕਰਕੇ 9988001121 ਤੇ ਕੰਪਲੀਟ ਕੰਟੈਂਟ ਲੈ ਕੇ ਆਪਣੇ ਹਿਸਾਬ ਨਾਲ ਜਿੰਨੀ ਜਲਦੀ ਹੋ ਸਕਦਾ ਤੁਸੀਂ ਆਪਣੇ ਸਿਲੇਬਸ ਨੂੰ DEF ਪਾਰਟ ਨੂੰ ਸਾਡੇ ਨਾਲ ਕਵਰ ਅਪ ਕਰ ਸਕਦੇ ਹੋ। ਤਾਂ ਟਾਈਮ ਵੇਸਟ ਨਾ ਕਰਦੇ ਹੋਏ ਆਪਾਂ ਡਿਸਕਸ ਕਰਦੇ ਹਾਂ ਆਪਣੇ MCQ। ਫਰਸਟ ਕੁਐਸਚਨ ਆ, ਵਿਚ ਆਫ ਫੋਲੋਇੰਗ ਇਜ਼ ਅ ਸੈਂਸਿਟਿਵ ਪੀਰੀਅਡ ਪਰਟੇਨਿੰਗ ਟੂ ਲੈਂਗੁਏਜ ਡਿਵੈਲਪਮੈਂਟ। ਭਾਸ਼ਾ ਦੇ ਵਿਕਾਸ ਦੇ ਲਈ ਕਿਹੜੀ ਸਭ ਤੋਂ ਜ਼ਿਆਦਾ ਗੰਭੀਰ ਸਟੇਜ ਮੰਨੀ ਜਾਂਦੀ ਆ? ਬਾਲ ਵਿਕਾਸ ਦੀ ਕਿਹੜੀ ਅਵਸਥਾ ਭਾਸ਼ਾ ਵਿਕਾਸ ਲਈ ਸਭ ਤੋਂ ਜ਼ਿਆਦਾ ਗੰਭੀਰ ਮੰਨੀ ਜਾਂਦੀ ਹੈ? ਤੇ ਮੈਂ ਸਭ ਚੀਜ਼ਾਂ ਤੁਹਾਨੂੰ ਕਰਵਾ ਚੁੱਕੀ ਹਾਂ। अर्ਲੀ ਚਾਈਲਡਹੁੱਡ ਪੀਰੀਅਡ, ਕਿਉਂਕਿ अर्ਲੀ ਚਾਈਲਡਹੁੱਡ ਪੀਰੀਅਡ ਕਿੱਥੋਂ ਤੱਕ ਦਾ ਪੀਰੀਅਡ ਹੈ? 2 ਤੋਂ ਲੈ ਕੇ 6 ਸਾਲ ਤੱਕ ਦਾ, ਤੇ 2 ਤੋਂ ਲੈ ਕੇ 6 ਸਾਲ ਤੱਕ ਦੇ ਬਿਟਵੀਨ ਹੀ ਬੱਚਾ ਭਾਸ਼ਾ ਦਾ ਸਭ ਤੋਂ ਵੱਧ ਵਿਕਾਸ ਕਰਦਾ। ਠੀਕ ਹੈ, ਭਾਸ਼ਾ ਦਾ ਸਭ ਤੋਂ ਵੱਧ ਵਿਕਾਸ ਕਰਦਾ। ਇਸੇ ਕਰਕੇ ਜਿਹੜੀ ਇਹ ਸਟੇਜ ਹੈ ਇਹਨੂੰ ਚੈਟਰ ਬਾਕਸ ਵੀ ਆਖਦੇ ਆ, ਕਿਉਂਕਿ ਬੱਚਾ ਬੋਲੀ ਜਾਂਦਾ ਨਾ, ਕੰਟੀਨਿਊ ਰਹਿੰਦਾ ਆਪਣੀ ਇਸ ਬੋਲਚਾਲ ਦੇ ਲਈ। ਇਸ ਕਰਕੇ ਇਸ ਫਰਸਟ ਸਟੇਜ ਨੂੰ ਕੀ ਆਖਦੇ ਨੇ ਜੀ? ਚੈਟਰ ਬਾਕਸ ਸਟੇਜ। ਤੇ ਭਾਸ਼ਾ ਦੇ ਲਈ ਸਭ ਤੋਂ ਜ਼ਿਆਦਾ ਜਿਹੜੀ ਕ੍ਰਿਟੀਕਲ ਸਟੇਜ ਹੈਗੀ ਆ ਉਹ ਮੰਨੀ ਜਾਂਦੀ ਹੈ। ਠੀਕ ਹੈ ਜੀ। ਜਿਹੜੀ ਪ੍ਰੀਨੇਟਲ ਪੀਰੀਅਡ ਹੈ, ਇਹ ਕਿਹੜਾ ਪੀਰੀਅਡ ਹੈ? ਜਿਹੜਾ ਜਦੋਂ ਬੱਚਾ 9 ਮਹੀਨੇ ਮਾਂ ਦੇ ਪੇਟ ਦੇ ਵਿੱਚ ਹੁੰਦਾ ਤਾਂ ਪੂਰਵ ਜਨਮ ਕਾਲ ਆ। ਠੀਕ ਹੈ, ਅਡਲਟਹੁੱਡ ਬਾਲਕ ਦਾ ਪੀਰੀਅਡ ਹੈ। ਠੀਕ ਹੈ, ਨੈਕਸਟ ਕੁਐਸਚਨ ਆ ਜੀ ਆਪਣੇ ਕੋਲ, a 6-year girl shows exceptional sporting ability. Both of her parents are sports person, send her coaching every day and train her for weekend. Her capabilities are most likely to be the result of an interaction between। एक 6 ਸਾਲ ਦੀ ਲੜਕੀ ਆ ਜਿਹਦੇ ਚ ਬੜੀ ਹੀ ਅੱਛੀ ਖੇਡ ਦੀ ਯੋਗਤਾ, ਉਹਦੇ ਦੋਵੇਂ ਮਾਤਾ ਪਿਤਾ ਸਪੋਰਟਸਮੈਨ ਆ। ਇਹਦਾ ਮਤਲਬ ਕੀ ਹੋ ਗਿਆ? ਹੈਰੀਡਿਟੀ ਹੈ ਨਾ। ਤਾਂ ਕੁੜੀ ਦੇ ਵਿੱਚ ਉਹ ਗੁਣ ਕਿੱਥੋਂ ਆ ਗਿਆ? ਮਾਤਾ ਪਿਤਾ ਦੇ ਕੋਲੋਂ ਆਇਆ। ਤਾਂ ਕਿਹਦੇ ਕਰਕੇ ਆਇਆ? ਜਦ ਦੇ ਕਰਕੇ। ਸੈਂਡ ਹਰ ਫॉर ਕੋਚਿੰਗ ਐਵਰੀ ਡੇ, ਇਸ ਤੋਂ ਬਿਨਾ ਉਹ ਉਹਨੂੰ ਨਰਚਰ ਯਾਨੀ ਕਿ ਵਾਤਾਵਰਨ ਇਸ ਤਰੀਕੇ ਦਾ ਪ੍ਰੋਵਾਈਡ ਕਰਾ ਰਹੇ ਆ। ਵਾਤਾਵਰਨ, ਨਰਚਰ, ਇਨਵਾਇਰਨਮੈਂਟ ਇਸ ਤਰੀਕੇ ਦਾ ਪ੍ਰੋਵਾਈਡ ਕਰਾ ਰਿਹਾ ਕਿ ਉਹਦੀ ਐਬਿਲਿਟੀ ਹੋਰ ਨਿਖਰ ਸਕੇ। ਠੀਕ ਹੈ, ਹਰ ਵੀਕਐਂਡ ਦੇ ਉੱਪਰ ਉਹਨੂੰ ਕੋਚਿੰਗ ਐਵਰੀ ਡੇ ਭੇਜਿਆ ਜਾਂਦਾ ਕੋਚਿੰਗ ਦੇ ਲਈ, ਤੇ ਵੀਕਐਂਡ ਦੇ ਉੱਪਰ ਵੀ ਉਹਨੂੰ ਟ੍ਰੇਨ ਕੀਤਾ ਜਾ ਰਿਹਾ। ਯਾਨੀ ਕਿ ਜਿਹੜਾ ਹੈ ਬੱਚੇ ਨੂੰ ਕੀ ਪ੍ਰੋਵਾਈਡ ਕੀਤਾ ਜਾ ਰਿਹਾ ਹੈਗਾ? ਬਾਹਰੀ ਵਾਤਾਵਰਨ, ਯਾਨੀ ਕਿ ਇੱਕ ਪ੍ਰੋਪਰ ਵਾਤਾਵਰਨ ਜਿਹੜਾ ਕਿ ਉਹਦੀ ਹੈਰੀਡਿਟੀ ਨੂੰ ਹੋਰ ਮੈਚਿਓਰਿਟੀ ਪ੍ਰਦਾਨ ਕਰ ਸਕੇ। ਹਰ ਕੈਪੇਬਿਲਿਟੀਜ਼ ਆਰ ਮੋਸਟਲੀ ਲਾਈਕਲੀ ਟੂ ਬੀ, ਤਾਂ ਬੱਚੇ ਦੀ ਜਿਹੜੀ ਇਹ ਯੋਗਤਾ ਹੈ, ਅੱਛੀ ਸਪੋਰਟਸ ਐਬਿਲਿਟੀ ਆ, ਉਹ ਕਿਹਦੇ ਕਰਕੇ ਹੋਈ ਆ? ਤਾਂ ਮੈਂ ਹਮੇਸ਼ਾ ਆਖਦੀ ਹੁੰਦੀ ਆ ਬੇਟਾ, ਇੱਕ ਬੱਚੇ ਦੀ ਜਿਹੜੀ ਕੰਪਲੀਟ ਡਿਵੈਲਪਮੈਂਟ ਹੈਗੀ ਨਾ, ਉਹ ਦੋਨਾਂ ਦਾ ਨਤੀਜਾ ਇੰਟਰੈਕਸ਼ਨ ਬਿਟਵੀਨ ਹੈਰੀਡਿਟੀ ਐਂਡ ਇਨਵਾਇਰਨਮੈਂਟ। ਹੈਰੀਡਿਟੀ ਦੇ ਲਈ ਵਰਡ ਤੁਹਾਨੂੰ ਪੇਪਰ ਦੇ ਵਿੱਚ ਨੇਚਰ ਵੀ ਮਿਲ ਸਕਦਾ। ਠੀਕ ਹੈ, ਤੇ ਇਨਵਾਇਰਨਮੈਂਟ ਦੇ ਲਈ ਨਰਚਰ ਵਰਡ ਵੀ ਯੂਜ਼ ਹੋਇਆ ਹੋ ਸਕਦਾ। ਠੀਕ ਹੈ ਜੀ। ਨੈਕਸਟ ਕੁਐਸਚਨ ਆਪਣੇ ਕੋਲ, which of following are secondary agent of socialization। ਤਾਂ ਸੋਸ਼ਲਾਈਜੇਸ਼ਨ ਦੇ ਦੋ ਤਰੀਕੇ ਦੇ ਏਜੰਟ ਹੁੰਦੇ ਨੇ, ਇੱਕ ਹੁੰਦਾ ਪ੍ਰਾਇਮਰੀ ਏਜੰਟ, ਠੀਕ ਹੈ, ਇੱਕ ਹੁੰਦਾ ਸੈਕੰਡਰੀ ਏਜੰਟ। ਪ੍ਰਾਇਮਰੀ ਏਜੰਟ ਕਿਹੜੇ ਹੁੰਦੇ ਨੇ? ਪ੍ਰਾਇਮਰੀ ਏਜੰਟ ਦੇ ਵਿੱਚ ਸਿਰਫ ਤੁਹਾਡਾ ਘਰ ਆਏਗਾ, ਤੁਹਾਡਾ ਪਰਿਵਾਰ ਆਏਗਾ, ਤੁਹਾਡੇ ਮਾਤਾ ਪਿਤਾ ਭੈਣ ਭਰਾ ਆਉਣਗੇ, ਤੁਹਾਡਾ ਸਭ ਤੋਂ ਪਹਿਲਾ ਵਾਤਾਵਰਨ ਹੁੰਦਾ। ਤੇ ਉਸ ਤੋਂ ਬਾਅਦ ਜੋ ਵੀ ਤੁਹਾਡਾ ਗੁਆਂਢ ਹੈ, ਤੁਹਾਡੇ ਨੇਬਰਹੁੱਡ ਨੇ, ਤੁਹਾਡਾ ਸਕੂਲ ਆ, ਤੁਹਾਡਾ ਪੀਅਰ ਗਰੁੱਪ ਆ, ਤੁਹਾਡੀ ਕਮਿਊਨਿਟੀ ਆ, ਠੀਕ ਹੈ, ਉਹ ਸਾਰੇ ਹੀ ਕੀ ਕੰਸੀਡਰ ਕੀਤੇ ਜਾਂਦੇ ਨੇ? ਸੈਕੰਡਰੀ ਗਰੁੱਪ। ਤਾਂ ਆਪਾਂ ਇਹ ਦੇਖਣਾ ਕਿ ਇਹਦੇ ਵਿੱਚੋਂ ਸਾਡੇ ਕੋਲ ਸੈਕੰਡਰੀ ਗਰੁੱਪ ਦੇ ਵਿੱਚ ਕੌਣ ਸ਼ਾਮਲ ਹੋ ਰਿਹਾ। ਤਾਂ ਜਿੱਥੇ ਵੀ ਫੈਮਿਲੀ ਆ ਗਈ, ਇਟ ਮੀਨਸ ਉਹ ਸਾਡੀ ਆਪਸ਼ਨ ਕੱਟੀ ਜਾਊਗੀ। ਇੱਥੇ ਵੀ ਫਰਸਟ ਆਪਸ਼ਨ ਦੇ ਵਿੱਚ ਸਾਡੇ ਕੋਲ ਆ ਗਿਆ ਫੈਮਿਲੀ, ਤਾਂ ਆਪਸ਼ਨ ਕੱਟੀ ਗਈ। ਠੀਕ ਹੈ, ਸਕੂਲ ਐਂਡ ਇਮੀਡੀਏਟ ਫੈਮਿਲੀ ਆਪਸ਼ਨ ਕੱਟੀ ਗਈ, ਫੈਮਿਲੀ ਐਂਡ ਰਿਲੇਟਿਵ ਆਪਸ਼ਨ ਕੱਟੀ ਗਈ। ਆਪਸ਼ਨ ਰਹਿ ਗਈ ਇੱਕ ਸਕੂਲ ਐਂਡ ਨੇਬਰਹੁੱਡ, ਦੋਨੋਂ ਹੀ ਆਪਣੇ ਕੀ ਨੇ ਜੀ? ਸੈਕੰਡਰੀ ਸੋਸ਼ਲਾਈਜੇਸ਼ਨ ਦੇ ਏਜੰਟ। फोर्थ क्वेश्चन, अकॉर्डिंग टू ले वाइगोस्की द प्राइमरी कॉज ऑफ कोग्निटिव डेवलपमेंट। ले वाइगोस्की ने सोशो कल्चरल थ्योरी दी।
ठीक है, जो ਆਪਾਂ कर चुके हैं सब कुछ ये ਤੁਹਾਡਾ ਕੰਪਲੀਟ ਹੋ ਚੁੱਕਿਆ ਮੇਰੇ ਨਾਲ। ਇਹਨੇ ਹੀ ZPD ਦੀ ਗੱਲ ਕੀਤੀ, ਇਹਨੇ ਹੀ ਸਕੈਫੋਲਡਿੰਗ ਦੀ ਗੱਲ ਕੀਤੀ, ਇਹਨੇ ਹੀ ਪ੍ਰਾਈਵੇਟ ਸਪੀਚ ਦੀ ਗੱਲ ਕੀਤੀ। ਹੋਪ ਇਹ ਤੁਹਾਡੀਆਂ ਸਾਰੀਆਂ ਚੀਜ਼ਾਂ ਕਲੀਅਰ ਹੋ ਗਈਆਂ ਹੋਣਗੀਆਂ। ਜੇ ਕਿਸੇ ਬੱਚੇ ਦੀਆਂ ਨਹੀਂ ਕਲੀਅਰ ਤਾਂ ਬੈਚ ਦੇ ਵਿੱਚ ਜਾ ਕੇ ਚਾਈਲਡ ਡਿਵੈਲਪਮੈਂਟ, ਗਰੋਥ ਐਂਡ ਡਿਵੈਲਪਮੈਂਟ ਵਾਲਾ ਟੌਪਿਕ, ਤੁਹਾਡਾ ਕੋਗਨਿਟਿਵ ਡਿਵੈਲਪਮੈਂਟ ਵਾਲਾ ਪੋਰਸ਼ਨ ਜ਼ਰੂਰ ਦੇਖੋ। ਤਾਂ ਲੇ ਵਾਇਗੋਸਕੀ ਨੇ ਕੀ ਆਖਿਆ, ਸੋਸ਼ੋ ਕਲਚਰਲ ਥਿਊਰੀ ਆ, ਤਾਂ ਇਹਦੇ ਅਕੋਰਡਿੰਗ, ਲੇ ਵਾਇਗੋਸਕੀ ਦੇ ਅਕੋਰਡਿੰਗ ਇੱਕ ਬੱਚਾ ਵਿਕਾਸ ਕਿਹਦੇ ਰਾਹੀਂ ਕਰਦਾ ਹੈਗਾ, ਸੋਸ਼ਲ ਇੰਟਰੈਕਸ਼ਨ ਦੇ ਰਾਹੀਂ, ਯਾਨੀ ਕਿ ਸਮਾਜ ਤੇ ਸੱਭਿਆਚਾਰ ਦੇ ਨਾਲ ਅੰਤਰ ਕਿਰਿਆ ਕਰਕੇ, ਨੈਗੋਸ਼ੀਏਟ ਕਰਕੇ ਹੀ ਇੱਕ ਬੱਚਾ ਲਰਨ ਕਰਦਾ। then है अपने को fifth, in the context of Kohlberg's moral reasoning, under which stage would the given typical response of a child fall। ਤਾਂ ਇੱਕ ਨਾ ਨੀਚੇ ਸਟੇਟਮੈਂਟ ਦਿੱਤੀ ਹੋਈ ਆਪਾਂ ਨੂੰ ਇੱਥੇ, ਠੀਕ ਹੈ, ਮਤਲਬ ਇਹ ਸਟੇਟਮੈਂਟ ਦਿੱਤੀ ਹੋਈ ਹੈ ਇੱਕ, ਠੀਕ ਹੈ, ਆ ਵਾਲੀ ਸਟੇਟਮੈਂਟ ਆ। ਇਹ ਸਟੇਟਮੈਂਟ ਕੋਲਬਰਗ ਦੀ ਕਿਹੜੀ ਥਿਊਰੀ ਦੀ ਕਿਹੜੀ ਸਟੇਜ ਦੇ ਵਿੱਚ ਆਉਂਦੀ ਆ? ਕੋਲਬਰਗ ਦੀ ਥਿਊਰੀ ਦਾ ਨਾਮ ਕੀ ਸੀਗਾ? ਮੋਰਲ ਡਿਵੈਲਪਮੈਂਟ, ਠੀਕ ਹੈ, ਜਿਹਦੇ ਚ ਉਹਨੇ ਟੋਟਲ 3 ਲੈਵਲ ਦੀ ਗੱਲ ਕੀਤੀ ਹੈ ਤੇ 6 ਸਟੇਜਾਂ ਦੀ ਗੱਲ ਕੀਤੀ ਹੈ, ਠੀਕ ਹੈ। ਹੋਪ ਤੁਹਾਡਾ ਕਲੀਅਰ ਹੋਊਗਾ, ਇਹ ਸਾਰੀ ਥਿਊਰੀ ਤੁਹਾਡੀ ਹੋ ਚੁੱਕੀ ਹੈ। ਤਾਂ ਯੂਅਰ ਪੇਰੈਂਟਸ, ਜੇ ਕੋਈ ਤੁਹਾਨੂੰ ਇਹ ਆਖਦਾ ਕਿ ਯੂਅਰ ਪੇਰੈਂਟਸ ਵਿਲ ਬੀ ਪ੍ਰਾਊਡ, ਤੁਹਾਡੇ ਮਾਪੇ ਤੁਹਾਡੇ ਤੇ ਪ੍ਰਾਊਡ ਕਰਨਗੇ ਇਫ ਯੂ ਆਰ ਓਨੈਸਟ, ਤੁਸੀਂ ਇਮਾਨਦਾਰ ਹੋ, ਠੀਕ ਹੈ। ਇਸ ਕਰਕੇ ਤੁਹਾਨੂੰ ਇਮਾਨਦਾਰ ਹੋਣਾ ਚਾਹੀਦਾ। ਮਤਲਬ ਕੀ ਹੋ ਗਿਆ? ਸੋਸਾਇਟੀ ਦੇ ਨਾਲ ਰਿਲੇਟਡ ਇੱਕ ਟਰਮ ਹੋ ਗਈ ਜਿੱਥੇ ਇਹ ਆਖਿਆ ਜਾਂਦਾ ਕਿ ਤੁਸੀਂ ਕਿਸੇ ਦੇ ਲਈ, ਜੇ ਤੁਸੀਂ ਕਿਸੇ ਤੋਂ ਇੱਕ ਚੰਗਾ ਮੁੰਡਾ, ਇੱਕ ਚੰਗਾ ਕੁੜੀ ਕਹਾਉਣਾ ਚਾਹੁੰਦੇ ਹੋ, ਪ੍ਰਾਊਡ ਫੀਲ ਕਰਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਓਨੈਸਟ ਹੋਣਾ ਚਾਹੀਦਾ, ਠੀਕ ਹੈ। ਤੁਸੀਂ ਅੰਦਰੋਂ ਚਾਹੁੰਦੇ ਹੋ ਓਨੈਸਟ ਹੋਣਾ ਜਾਂ ਨਹੀਂ ਹੋਣਾ, ਡਜ਼ਨਟ ਮੈਟਰ। ਕੀ ਮੈਟਰ ਕਰਦਾ ਹੈਗਾ ਕਿ ਤੁਸੀਂ ਸਿਰਫ ਇੱਕ ਕ੍ਰੈਡਿਟ ਲੈਣਾ ਚਾਹੁੰਦੇ ਹੋ ਕਿ ਤੁਸੀਂ ਇੱਕ ਚੰਗਾ ਮੁੰਡਾ, ਚੰਗਾ ਕੁੜੀ ਹੈ, ਤੁਹਾਡੇ ਪੇਰੈਂਟਸ ਤੁਹਾਡੇ ਤੇ ਪ੍ਰਾਊਡ ਕਰਨ। ਤਾਂ ਇਹ ਸਾਡੀ ਕਿਹੜੀ ਸਿਚੁਏਸ਼ਨ ਹੈ ਜੀ, ਕਿਹੜੀ ਅਵਸਥਾ ਹੈ ਸਾਡੇ ਕੋਲ? ਸਾਡੀ ਤੀਜੀ ਅਵਸਥਾ, ਥਰਡ ਸਟੇਜ ਆ, ਠੀਕ ਹੈ, ਸੈਕਿੰਡ ਲੈਵਲ ਦੀ, ਜਿਹਦਾ ਨਾਮ ਹੈ ਗੁੱਡ ਗਰਲ ਗੁੱਡ ਬॉय, ਚੰਗਾ ਮੁੰਡਾ ਚੰਗੀ ਕੁੜੀ ਅਵਸਥਾ। ਆਪਣੇ ਕੋਲ 6th क्वेश्चन है, in the fantasy play of early child we see the ability to understand, ठीक है। फैंटेसी प्ले की हैगा प्रिटेंड प्ले ਜਾਂ ਕਲਪਨਾ प्ले ਜਾਂ ਰੋਲ ਮੇਕ ਬਿਲੀਵ प्ले, ठीक है। ਤੇ डिफरेंट ਨਾਮ ਨੇ। ਕਲਪਨਾ ਖੇਡ ਆ, ਕਲਪਨਾਮਈ ਖੇਡ ਅਸੀਂ ਜਦੋਂ ਖੇਡਦੇ ਆ, ਕਿਸੇ ਦਾ ਕਰੈਕਟਰ ਪਲੇ ਕਰਦੇ ਆ ਤੇ ਉਹ ਵਾਲੀ ਖੇਡ ਆ। we see the ability to understand, ਤਾਂ ਇਹਦੇ ਚ ਅਸੀਂ ਕਿਹੜੀ ਅਬਿਲਿਟੀ ਮਤਲਬ ਅੰਡਰਸਟੈਂਡ ਕਰਨ ਦੀ, ਬੱਚੇ ਦੀ ਕਿਹੜੀ ਯੋਗਤਾ ਨੂੰ ਅਸੀਂ ਦੇਖਦੇ ਆ ਇਹਦੇ ਚ, ਹਨਾ। ਤਾਂ ਇਹ ਚ ਬੱਚੇ ਦੀ ਕਿਹੜੀ ਯੋਗਤਾ ਆ ਰਹੀ ਹੈ? ਇੰਪੋਜ਼ਡ ਕਰੈਕਟਰ ਬੱਚਾ ਸਮਝ ਰਿਹਾ, ਥੋਪੇ ਹੋਏ ਕਰੈਕਟਰ ਨੂੰ ਬੱਚਾ ਮਤਲਬ ਬਿਲਕੁਲ ਵੀ ਇੰਪੋਜ਼ ਕੀਤੀ ਹੋਈ ਕਿਸੇ ਚੀਜ਼ ਨੂੰ ਇੱਥੇ ਨਹੀਂ ਸਮਝਦਾ, ਕਨਜ਼ਰਵੇਸ਼ਨ ਨਹੀਂ ਕਰਦਾ, ਠੀਕ ਹੈ। ਤਾਂ ਸਾਡੇ ਕੋਲ ਜਿਹੜੀ ਮੇਨ ਚੀਜ਼ ਹੈ ਉਹ ਕੀ ਆ? ਕਨਵੈਨਸ਼ਨਲ ਕਰੈਕਟਰ, ਰਵਾਇਤੀ ਜੋ ਇੱਕ ਕਰੈਕਟਰ ਨੇ, ਜੋ ਪੁਰਾਣੇ ਚੱਲੇ ਆ ਰਹੇ ਕਰੈਕਟਰ ਨੇ, ਮਤਲਬ ਜਿਨ੍ਹਾਂ ਨਾਲ ਉਹ ਵਿਚਰਿਆ, ਪੁਰਾਣੇ ਨਹੀਂ, ਜਿਨ੍ਹਾਂ ਨਾਲ ਉਹ ਵਿਚਰ ਰਿਹਾ, ਉਹਨਾਂ ਦੇ ਮਾਤਾ ਪਿਤਾ ਦੇ ਕਰੈਕਟਰ ਜਾਂ ਉਹਦੇ ਟੀਚਰ ਦਾ ਜੋ ਕਰੈਕਟਰ ਹੈ, ਉਹਨਾਂ ਕਰੈਕਟਰਸ ਨੂੰ ਹੀ ਉਹ ਕਾਪੀ ਕਰਕੇ ਉਹਨਾਂ ਦੀ ਕਲਪਨਾ ਕਰਦਾ। ਨੈਕਸਟ ਕੁਐਸਚਨ ਹੈ ਜੀ ਆਪਣੇ ਕੋਲ, ਅਕੋਰਡਿੰਗ ਟੂ ਜੀਨ ਪਿਆਜੇ ਵਿਚ ਆਫ ਫੋਲੋਇੰਗ ਇਜ਼ ਨੈਸੈਸਰੀ ਫॉर ਲਰਨਿੰਗ। ਤਾਂ ਜੀਨ ਪਿਆਜੇ ਦੇ ਅਕੋਰਡਿੰਗ, ਜੀਨ ਪਿਆਜੇ ਦੀ ਥਿਊਰੀ ਦਾ ਨਾਮ ਕੀ ਹੈ? ਕੋਗਨਿਟਿਵ ਡਿਵੈਲਪਮੈਂਟ ਥਿਊਰੀ, ਠੀਕ ਹੈ। ਤਾਂ ਬਹੁਤ ਆਤਮਿਕ ਵਿਕਾਸ ਦੇ ਨਾਲ, ਗਿਆਨਾਤਮਿਕ ਵਿਕਾਸ ਦੇ ਨਾਲ ਰਿਲੇਟਡ ਆ। ਉਹਦੇ ਅਕੋਰਡਿੰਗ ਇੱਕ ਬੱਚਾ ਐਕਟਿਵ ਐਕਸਪਲੋਰਰ ਆ, ਠੀਕ ਹੈ, ਤੇ ਇਨਵਾਇਰਨਮੈਂਟ ਦੇ ਨਾਲ ਖੁਦ ਇੰਟਰੈਕਸ਼ਨ ਕਰਕੇ ਐਕਟਿਵਲੀ ਲਰਨ ਕਰਦਾ, ਠੀਕ ਹੈ, ਵਾਤਾਵਰਣ ਦੇ ਨਾਲ, ਯਾਨੀ ਕਿ ਖੁਦ ਐਕਸਪਲੋਰੇਸ਼ਨ ਦੇ ਰਾਹੀਂ ਬੱਚਾ ਲਰਨ ਕਰੂਗਾ, ਖੁਦ ਆਪਣੇ ਐਕਸਪੀਰੀਅੰਸਾਂ ਦੇ ਰਾਹੀਂ ਹੀ ਬੱਚਾ ਲਰਨ ਕਰੂਗਾ, ਠੀਕ ਹੈ। ਕਿਸੇ ਬਿਹੇਵੀਅਰ, ਕਿਸੇ ਅਡਲਟ ਦਾ ਬਿਹੇਵੀਅਰ ਕਾਪੀ ਕਰਕੇ ਜਾਂ ਸੋਸ਼ਲ ਇੰਟਰੈਕਸ਼ਨ ਦੇ ਰਾਹੀਂ ਲਰਨ ਨਹੀਂ ਕਰਦਾ। ਉਹ ਕੀ ਕਰਦਾ? ਖੁਦ ਵਾਤਾਵਰਣ ਦੇ ਵਿੱਚ ਭਾਗੀਦਾਰੀ ਲੈ ਕੇ, ਪੜਚੋਲ ਕਰਕੇ ਆਪਣੀ ਲਰਨਿੰਗ ਕਰਦਾ। ਇਸੇ ਕਰਕੇ ਇਹਨੇ ਜੀਨ ਪਿਆਜੇ ਨੇ ਬੱਚੇ ਨੂੰ ਲੋਨ ਸਾਇੰਟਿਸਟ ਯਾਨੀ ਕਿ ਨੰਨਾ ਵਿਗਿਆਨੀ ਵੀ ਆਖਿਆ, ਠੀਕ ਹੈ ਜੀ। ਦੈਨ ਹੈਗਾ all the arrange the following in order of establishment of correct sequence। ਇਹ ਜਿਹੜੀਆਂ ਸੰਸਥਾਵਾਂ ਨੇ ਬੇਸਿਕਲੀ ਤੁਹਾਡੀਆਂ ਚਾਈਲਡ ਕੇਅਰ ਆਰਗੇਨਾਈਜੇਸ਼ਨ ਦੇ ਵਿੱਚ ਕਰਵਾਈਆਂ ਜਾ ਚੁੱਕੀਆਂ ਨੇ, ਜਿਨ੍ਹਾਂ ਦੇ ਵਿੱਚ ਇਹਨਾਂ ਦੀ ਸਟੈਬਲਿਸ਼ਮੈਂਟ ਈਅਰ ਕਦੋਂ ਸੀਗੇ, ਉਹਦੇ ਹਿਸਾਬ ਨਾਲ ਤੁਸੀਂ ਇਹਨਾਂ ਦਾ ਸੀਕੁਐਂਸ ਤਿਆਰ ਕਰਨਾ। ਤਾਂ ICDS ਦੀ ਸਥਾਪਨਾ ਕਦੋਂ ਹੋਈ? 1975 ਦੇ ਵਿੱਚ, ਠੀਕ ਹੈ ਜੀ। ਇੰਟੀਗ੍ਰੇਟਡ ਚਾਈਲਡ ਡਿਵੈਲਪਮੈਂਟ ਸਕੀਮ, ਜਿਹੜੀ ਸਭ ਤੋਂ ਵੱਡੀ ਸਕੀਮ ਮੰਨੀ ਜਾਂਦੀ ਹੈ ਚਾਈਲਡ ਵੈਲਫੇਅਰ ਦੇ ਲਈ। ਚਾਈਲਡ ਸੋਸ਼ਲ ਵੈਲਫੇਅਰ ਬੋਰਡ ਦੀ ਸਥਾਪਨਾ ਹੋਈ 1953 ਈਸਵੀ ਦੇ ਵਿੱਚ। ਕਨਵੈਨਸ਼ਨ ਆਫ ਰਾਈਟਸ ਆਫ ਚਿਲਡਰਨ, ਇਹ ਚਾਈਲਡ ਰਾਈਟਸ ਦੇ ਨਾਲ ਜੋ ਕਨਵੈਨਸ਼ਨ ਹੋਈ ਸੀਗੀ 1989 ਦੇ ਵਿੱਚ, ਉਸ ਤੋਂ ਪਹਿਲਾਂ ਇਹਦਾ ਆਧਾਰ ਕ੍ਰੀਏਟ ਹੋਇਆ 1900
1959 ਦੇ ਵਿੱਚ, ਠੀਕ ਹੈ। ਤਾਂ ਸਾਡੇ ਕੋਲ ਇੱਥੇ ਇਹਦੀ ਸਥਾਪਨਾ 1989 ਨੈਸ਼ਨਲ ਕਾਉਂਸਲ ਆਫ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ NCERT ਦੀ ਸਥਾਪਨਾ ਕਦੋਂ ਹੋਈ? 1961 ਈਸਵੀ ਦੇ ਵਿੱਚ। ਤਾਂ ਸੀਕੁਐਂਸ ਦੇ ਹਿਸਾਬ ਨਾਲ ਸਾਡੇ ਕੋਲ ਬਣ ਗਿਆ 2 4 1 and 3, ठीक है। तो तुसी ये वाली ऑप्शन थल्ले फाइंड करोगे कि सीक्वेंस किहदे विच आ रहा है। तो साडे कोल ये सीक्वेंस आ रहा है जी ऑप्शन बी दे विच, ठीक है। साडा आंसर इत्थे की बन गया? ऑप्शन बी। नेक्स्ट क्वेश्चन है जी अपने कोल, पेंसिल प्लेटफॉर्म इज रिलेटेड टू प्रोहिबिशन ऑफ। पेंसिल प्रोग्राम तुहाडा चाइल्ड राइट्स दे विच हो चुकिया। तो जिहड़ा पेंसिल प्लेटफॉर्म है एक ऑनलाइन प्लेटफॉर्म है, एक ऑनलाइन पोर्टल आ जिहड़ा कि ओपन किया गया कादे लई, क्यों ओपन किया गया है? जे असीं दी फुल फॉर्म की गल करते हैं तो प्लेटफॉर्म फॉर इफेक्टिव enforcement of चाइल्ड लेबर, ठीक है। तो इट मीनस किहदे नाल संबंधित है? चाइल्ड लेबर नूं रोकण दे लई ये प्रोग्राम आ जिहड़ा वो एक पोर्टल आ जिहड़ा वो लॉन्च किया गया 2017 दे विच। ये लॉन्च किया गया सीगा तां कि चाइल्ड लेबर प्रोटैक्शन जिहड़ा एक्ट है उहदे अंडर बच्चियां नूं जिथे भी तुसीं देखदे हो किसी बच्चे नूं लेबर करते हुए तां तुसीं इस ऑनलाइन पोर्टल दे उपर उहदी इंक्वायरी दे सको। 10th क्वेश्चन विच ऑफ फॉलोइंग इज राइट अबाउट क्राई, रॉन्ग अबाउट क्राई, ठीक है। क्राई दे बारे च 3 ऑप्शन सही ने, एक ऑप्शन जिहड़ी गलत है दसो। तां क्राई की है? चाइल्ड केयर ऑर्गेनाइजेशन दे विच ही है, एक NGO है, ठीक है, जो बच्चों की हेल्प कर रहा है। फुल फॉर्म है चाइल्ड राइट्स एंड यू, बिल्कुल सही है। 1979 दे विच एस्टैबलिश होया ते रिपन कपूर ते उहदे फ्रेंड्स ने एस्टैबलिश कीता सी। बट जिहड़ा है ये 3 जिहड़ियां स्टेटमेंट ने डील करदियां ने क्राई दे नाल। बट चौथी जिहड़ी है ऑप्शन अ मोटो जिहड़ा है अ वॉइस एंड एफर्ट, ये किहदा है जी? गूंज, ठीक है। गूंज भी तुहानू करवाई जा चुकी है। तो गूंज जिहड़ा है साडे कोल ऑर्गेनाइजेशन उहदा ये मोटो आ, तो इट मीनस ये क्राई दा मोटो नहीं आ। 11वां क्वेश्चन है जी अपने कोल, विच ऑफ फॉलोइंग इज अ बोन रिलेटेड डिफॉर्मिटी। द बोन रिलेटेड डिफॉर्मिटी अपने कोल इत्थे केड़ी है? फर्स्ट ऑप्शन अपने कोल साइनोस्टोसिस, देन गैस्ट्रोसिसिस ते ऑस्टियोफेगल एट्रेशिया, ठीक है। तो साडे कोल केड़ी हैगी है जी? साइनोसिस। तां इहदे च जिहड़ा हैगा ये तुसीं कीतियां बोन रिलेटेड डिफरेंट कीतियां है ना तुसी। मैं बोन नाल रिलेटेड स्पाइनल कॉर्ड दे नाल रिलेटेड डिफॉर्मिटीज तुहानू करा चुकी हां। तो साइनोटॉसिस दे विच की हुंदा कि प्रॉपर जिहड़ी हैगी आ बोन विकास नहीं कर पाउंदी, ठीक है। बोन दा प्रॉपर विकास नहीं हुंदा, इस करके जिहड़ा 11th है उहदा आंसर साडे कोल की आ गया? साइनोटॉसिस। 12th क्वेश्चन है स्पाइना बाइफिडा, ठीक है। कंजेनिटल डिफॉर्मिटी है स्पाइना बाइफिडा, जिहदा मतलब की है स्प्लिट स्पाइन। जिहड़ियां बाकी 3 ऑप्शंस ने जी ये स्पाइनल डिफॉर्मिटीज ने, ठीक है। काइफोसिस, कुब्बा पाना, स्कोलेसिस एस जां सी वर्गी शेप हुंदी आ। लर्डोसिस दे विच पेट तो जिहड़ा हैगा जिहड़ी साडी स्पाइनल आ पिछों बहुत ज्यादा डूंगी होई हुंदी आ, अगे नूं मतलब बैंड हुई हुंदी आ। तां इस तरीके नाल जिहड़ी स्पाइना बाइफिडा है वो की आ स्प्लिट स्पाइन, जिहदे च स्पाइन दी जिहड़ी मैमब्रेन हैगी आ ते स्पाइन हैगी ओहदे विच प्रॉपर जिहड़ा कंटैक्ट हैगा जां आपां की कनैक्शन हैगा जां जिहड़ी स्पेस आ वो रह जांदी है, ठीक है। 13 है what are the effect of deficiency of vitamin A। तो विटामिन ए दे करके विटामिन ए दी डेफिशिएंसी करके केड़ी बीमारी हो जाती है? नाइट ब्लाइंडनेस, बिल्कुल राइट। वाइटेड स्पॉट अखां दे नाल संबंधित है, बिल्कुल राइट। ड्राई स्किन एंड हेयर, बिल्कुल सही। तो साडे कोल ऑप्शन की आ गई ऑल ऑफ दीज। ते सारियां समस्यावां ही जेड़ियां ने विटामिन ए दी कमी करके पॉसिबल ने। 14 क्वेश्चन है IQ ऑफ चिल्ड्रन हैविंग एवरेज लेवल ऑफ मेजरमेंट इज द बेस्ट। किसी बच्चे का एवरेज IQ किन्ने नूं असीं कंसीडर करदे हां? असीं कंसीडर करदे हां 90 तो 110 नूं जां 90 तो 109 नूं। इस तो उपरला जिहड़ा IQ होगा सारा सुपीरियर कैटागरी दा होगा, बहुत इंटैलीजेंट गिफ्टेड बच्चों दे विच होगा। ते इस तो लो वाला जिहड़ा हैगा ਉਹ मूर्ख नलायक, ठीक है, मूड लो एवरेज बच्चों का कंसीडर किया जाऊगा। बट एवरेज जिहड़ा IQ हुंदा वो कितना हुंदा? 90 तो 109। 15वां क्वेश्चन है ग्लूकोज
द सोर्स ऑफ ग्लूकोज की सोर्स है जी कार्बोहाइड्रेट का, ठीक है। स्टार्च ते जिन्ने भी मिठिया चीजा ने, गन्ने का रस हो गया, ग्लूकोज हो गया, ये की सोर्स है मेन कार्बोहाइड्रेट का। Which of following vitamin help in blood clotting? blood ਨੂੰ ਜੰਮਣ ਦੇ ਵਿੱਚ, blood ਦੀ clotting ਹੋਣ ਦੇ ਵਿੱਚ ਕਿਹੜਾ ਵਿਟਾਮਿਨ ਹੈਲਪ ਕਰਦਾ ਹੈ? ਉਹ ਹੈ ਵਿਟਾਮਿਨ K। ਤਾਂ ਵਿਟਾਮਿਨ K ਹੈਲਪ ਕਰਦਾ ਕਿਹਦੇ ਚ? ਸਾਡੇ ਖੂਨ ਦੀ clotting ਹੋਣ ਦੇ ਵਿੱਚ, ਜੰਮਣ ਦੇ ਵਿੱਚ। 17 question ਆਪਣੇ ਕੋਲ, goiter and the enlarged thyroid gland are mainly diagnosed in patient with deficiencies of which of the following mineral? ਤਾਂ ਜਿੱਥੇ ਵੀ ਗੋਇਟਰ ਆ ਗਿਆ ਯਾਨੀ ਕਿ ਗਿੱਲੜ ਰੋਗ ਆ ਗਿਆ ਤਾਂ ਉੱਥੇ ਸਾਡੇ ਕੋਲ ਕੀ ਕਮੀ ਆ ਜਾਂਦੀ ਹੈ? ਆਇਓਡੀਨ ਦੀ ਕਮੀ ਆ ਜਾਂਦੀ ਹੈ। ਤੇ ਇਹੀ ਜਿਹੜਾ ਹੈ ਇਹ ਥਾਇਰਾਇਡ ਗਲੈਂਡ ਦੇ ਲਈ ਵੀ ਜ਼ਿੰਮੇਵਾਰ ਮੰਨਿਆ ਜਾਂਦਾ, ਠੀਕ ਹੈ ਜੀ। ਤਾਂ ਗਿੱਲੜ ਰੋਗ ਦੇ ਲਈ ਆਇਓਡੀਨ। ਇੱਥੇ ਆਨਸਰ ਤੁਹਾਨੂੰ ਗਲਤ ਸ਼ੋ ਹੋ ਰਿਹਾ, ਬਟ ਆਨਸਰ ਕੀ ਹੈ? ਬੀ। 18 क्वेश्चन अपने को, if a child is playing alone, this is defined as different तरह ਦੀਆਂ ਤੁਹਾਨੂੰ playing stages ਕਰਾਈਆਂ ਸੀ। ਤਾਂ ਸਾਡੀ ਜਿਹੜੀ solitary play ਹੈ, ਠੀਕ ਹੈ, ਸਾਡੀ ਜਿਹੜੀ solitary play ਹੈ ਇਹਦੇ ਵਿੱਚ ਬੱਚਾ ਇਕੱਲਾ ਖੇਡਦਾ। solitary ਦਾ ਮਤਲਬ ਹੀ ਇਕੱਲਾ ਹੁੰਦਾ, ਤਾਂ ਇਕੱਲਾ ਬੱਚਾ ਕਿਸੇ ਸਮੱਗਰੀ ਦੇ ਨਾਲ ਖੇਡ ਰਿਹਾ ਹੋਊਗਾ, ਤਾਂ ਸਾਡਾ ਆਨਸਰ ਹੋ ਗਿਆ playing alone solitary। ਪੈਰਲਰ ਮਤਲਬ ਕੀ ਆ? ਦੋ ਬੱਚੇ ਇੱਕ ਜਗ੍ਹਾ ਦੇ ਉੱਪਰ ਹੀ ਖੇਡ ਰਹੇ, ਕਿ ਇੱਥੇ ਖੇਡ ਰਹੇ, ਕਿ ਇੱਥੇ ਖੇਡ ਰਿਹਾ, ਸਮੱਗਰੀ ਸਮਾਨ ਹੋਊਗੀ ਬਟ ਇੱਕ ਦੂਜੇ ਨਾਲ ਬਿਲਕੁਲ ਇੰਟਰੈਕਸ਼ਨ ਨਹੀਂ ਕਰਨਗੇ। ਔਨ ਲੁਕਰ ਦੇ ਵਿੱਚ ਕਿਸੇ ਹੋਰ ਨੂੰ ਦੇਖ ਕੇ ਇੰਜੋਏ ਕਰ ਰਿਹਾ, ਠੀਕ ਹੈ। ਐਸੋਸੀਏਟਿਵ ਜਿਹੜੀ ਹੈਗੀ ਹੈ ਪਹਿਲੀ ਵਾਰ ਸੋਸ਼ਲ ਹੋਣ ਦੀ ਕੋਸ਼ਿਸ਼ ਕਰਦਾ, ਇਹੀ ਸਿਚੁਏਸ਼ਨ ਹੋਊਗੀ ਬਟ ਇੱਥੇ ਇੱਕ ਦੂਜੇ ਦੇ ਨਾਲ ਗੱਲਬਾਤ ਕਰੂਗਾ, ਵਿਚਰੂਗਾ, ਠੀਕ ਹੈ, ਚੀਜ਼ਾਂ ਨੂੰ ਸ਼ੇਅਰ ਕਰੂਗਾ, तो की है एसोसिएटिव। बट साडे कोल एक बच्चा कल्ला प्ले कर रहा, दैट इज ऑप्शन सॉलिटरी प्ले। अनटचेबिलिटी इज अबॉलिश्ड अंडर, छूत छात का खात्मा किस अनुच्छेद के अंदर अंडर किया गया? तो सबनू क्लियर होएगा आर्टिकल 17, ठीक है 17। आर्टिकल 21 भी बड़ा इंपॉर्टेंट है बेटा, राइट टू लाइफ, ठीक है, राइट टू लाइफ एंड लिबर्टी, ठीक है, राइट टू लाइफ एंड लिबर्टी। एंड वेरी इंपॉर्टेंट 21A राइट टू एजुकेशन, 6 ਤੋਂ 14 ਸਾਲ ਤੱਕ ਦੇ ਬੱਚਿਆਂ ਨੂੰ ਐਜੂਕੇਸ਼ਨ ਦੇਣ ਦੇ ਲਈ। ਤੇ ਆਰਟੀਕਲ 45 ਇਜ਼ ਇੰਪੋਰਟੈਂਟ ਬਿਕੋਜ਼ 6 ਸਾਲ ਤੱਕ ਬੱਚਿਆਂ ਨੂੰ ECCE अर्ਲੀ ਚਾਈਲਡਹੁੱਡ ਕੇਅਰ ਐਂਡ ਐਜੂਕੇਸ਼ਨ ਪ੍ਰੋਵਾਈਡ ਕਰਾਉਣ ਦੇ ਲਈ ਇੰਪੋਰਟੈਂਟ। 20 which of following can't use to hear impaired children? ਜਿਹੜੇ ਬੱਚਿਆਂ ਨੂੰ ਸੁਣਦਾ ਨਹੀਂ ਉਹਦੇ ਲਈ ਕੀ ਯੂਜ਼ ਨਹੀਂ ਕਰੋਗੇ? ਜੇ ਕਿਸੇ ਬੱਚੇ ਨੂੰ ਸੁਣਦਾ ਨਹੀਂ ਹੈਗਾ ਤਾਂ ਉਹਦੇ ਲਈ ਕੀ ਯੂਜ਼ ਕਰ ਸਕਦੇ ਹੋ? ਦਿਖਦਾ ਤਾਂ ਉਹਨੂੰ ਹੈ ਨਾ, ਸਾਈਨ ਲੈਂਗੁਏਜ ਯੂਜ਼ ਕਰ ਸਕਦੇ ਹੋ, ਉਹ ਤੁਹਾਡੀ ਲਿਪ ਰੀਡਿੰਗ ਕਰ ਸਕਦਾ, ਲਿਪਸ ਦੀ ਵਰਤੋਂ ਕਰਕੇ ਤੁਸੀਂ ਉਹਨੂੰ ਪੜ੍ਹਾ ਸਕਦੇ ਹੋ। ਬੋਡੀ ਮੂਵਮੈਂਟ ਦਾ ਯੂਜ਼ ਕਰ ਸਕਦੇ ਹੋ ਬਟ ਬ੍ਰੇਲ ਨਹੀਂ ਯੂਜ਼ ਕਰ ਸਕਦੇ। ਬ੍ਰੇਲ ਕਿੰਨਾ ਲਈ ਹੈ ਜੀ? ਬਲਾਈਂਡ ਬੱਚਿਆਂ ਦੇ ਲਈ, ਠੀਕ ਹੈ, ਬਲਾਈਂਡ ਜਿਨ੍ਹਾਂ ਨੂੰ ਦਿਖਦਾ ਨਹੀਂ ਉਹਨਾਂ ਲਈ ਬ੍ਰੇਲ ਲਿਪੀ ਵਰਤੀ ਜਾਂਦੀ ਹੈ। क्लीयर तो ये साडे अज दे MCQ। नैक्सट क्लास दे विच नैक्सट MCQ लैके मिलांगे। थैंक यू सो मच। होप तुहाडी लई क्लासेस हैल्पफुल हो रही ने, जे हो रही ने तो वध तो वध चैनल नूं शेयर करो, सबसक्राइब करो ते जांदे होए इस वीडियो नूं जरूर लाइक करके जाओ। थैंक यू सो मच।